करो अरदास, करो अरदास, करो अरदास, करो अरदास, करो अरदास। तुध पावै तां आणे रास, तुध पावै तां आणे रास। करो अरदास, करो अरदास। दोए कर जोड़ करो अरदास, करो ਦੋਏ ਘਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਸਤਿ ਸ਼੍ਰੀ ਅਕਾਲ ਸਰੋਤਿਓ, ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਿੰਘ ਸਭਾ ਕਾਨੋਆਨ ਵਿਖੇ, ਜਿੱਥੇ ਸਾਡੇ ਨਾਲ ਮੌਜੂਦ ਨੇ ਗਿਆਨੀ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਰਦਾਸ ਦੀ ਕੀ ਮਹੱਤਤਾ ਹੈ ਤੇ ਅਰਦਾਸ ਦੇ ਕੀ ਅਰਥ ਨੇ, ਉਸ ਦੇ ਬਾਰੇ ਚਾਨਣਾ ਪਾਉਣਗੇ ਸਾਨੂੰ। ਸਭ ਤੋਂ ਪਹਿਲੇ ਸਵਾਗਤ ਕਰਦੇ ਹਾਂ ਗਿਆਨੀ ਜਸਵਿੰਦਰ ਸਿੰਘ ਜੀ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲੇ ਦੱਸੋ ਜੀ, ਅਰਦਾਸ ਦੀ ਕੀ ਮਹੱਤਤਾ ਜੀ? ਦੇਖੋ, ਅਰਦਾਸ ਦੀ ਕੇਵਲ ਸਿੱਖ ਪੰਥ ਦੇ ਅੰਦਰ ਨਹੀਂ, ਹਰੇਕ ਮਜ਼ਹਬ ਦੇ ਅੰਦਰ, ਪੰਥ ਦੇ ਅੰਦਰ ਬਹੁਤ ਮਹੱਤਤਾ ਹੈ ਜੀ। ਜਿਵੇਂ ਈਸਾਈ ਵੀਰ ਹੈ ਸਾਡੇ, ਜੀ ਉਹ ਅਰਦਾਸ ਨੂੰ ਪ੍ਰੇਅਰ ਕਹਿੰਦੇ ਨੇ। ਜੀ ਜੀ ਸਾਡੇ ਹਿੰਦੂ ਵੀਰ ਹੈ, ਉਹ ਪ੍ਰਾਰਥਨਾ ਕਰਦੇ ਨੇ। ਹਾਂਜੀ ਮੁਸਲਮਾਨ ਵੀਰ ਇੱਕ ਕਲਮਾ ਪੜ੍ਹਦੇ ਨੇ। ਉਹ ਕਲਮਾ ਜਿਹੜਾ ਨਮਾਜ਼ ਤੋਂ ਪਹਿਲਾਂ ਪੜ੍ਹਿਆ ਜਾਂਦਾ, ਉਹ ਕਲਮਾ ਇੱਕ ਅਰਦਾਸ ਹੈ। ਇਵੇਂ ਖਾਲਸਾ ਪੰਥ ਦੇ ਅੰਦਰ ਵੀ ਅਰਦਾਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਜਦੋਂ ਸਿੱਖ ਕੋਈ ਵੀ ਆਪਣਾ ਕੰਮ ਆਰੰਭਦਾ ਹੈ, ਕੋਈ ਵੀ ਕੰਮ ਹੋਵੇ, ਭਾਵੇਂ ਉਹ ਘਰ ਦਾ ਲੈਂਟਰ ਵੀ ਪਾ ਰਿਹਾ ਹੋਵੇ ਜਾਂ ਆਪਣੀਆਂ ਨੀਹਾਂ ਜਿਹੜੀਆਂ ਉਹਨਾਂ ਆਰੰਭ ਕੀਤੀਆਂ ਹੁਣ ਕੋਠੀ ਦੀਆਂ, ਉਹ ਤੋਂ ਪਹਿਲਾਂ ਉਹ ਸਿੱਖ ਅਰਦਾਸ ਕਰਦਾ, ਸੁੱਖ ਦੁੱਖ ਵਿੱਚ ਅਰਦਾਸ ਕਰਦਾ। ਉਸ ਤੋਂ ਇਲਾਵਾ ਜਿਹੜਾ ਹੈ ਸਿੱਖ ਨੂੰ ਜਿਹੜਾ 2 ਟਾਈਮ ਦਾ ਨਿਤਨੇਮ ਹੈ, ਕਈ ਵਾਰ ਲੋਕ ਨਿਤਨੇਮ ਕਰ ਲੈਂਦੇ ਨੇ, ਉਸ ਤੋਂ ਬਾਅਦ ਅਰਦਾਸ ਨਹੀਂ ਕਰਦੇ। ਸੋ 2 ਟਾਈਮ ਦੇ ਨਿਤਨੇਮ ਤੋਂ ਬਾਅਦ ਜਿਹੜੀ ਅਰਦਾਸ ਸਿੱਖ ਨੂੰ ਸਿੱਖ ਰਹਿਤ ਮਰਿਆਦਾ ਵਿੱਚ ਕਰਨ ਲਈ ਬਹੁਤ ਜ਼ਰੂਰੀ ਕਿਹਾ ਹੈ। ਬਾਕੀ ਅੱਧੀ ਤੋਂ ਵੱਧ ਜਿਹੜੀ ਗੁਰਬਾਣੀ ਹੈ, ਹਾਂਜੀ, ਉਹ ਗੁਰੂ ਸਾਹਿਬ ਨੇ ਇਸਤਰੀ ਰੂਪ ਦੇ ਅੰਦਰ ਤੇ ਅਰਦਾਸ ਦੇ ਰੂਪ ਦੇ ਵਿੱਚ ਜਿਹੜੀ ਹੈ ਉਚਾਰਨ ਕੀਤੀ ਹੈ। ਤੂੰ ਠਾਕੁਰ, ਤੂੰ ਪੇ ਅਰਦਾਸ, ਕਿਤੇ ਬੇਨਤੀ, ਕਿਤੇ ਜੋਦੜੀ, ਕਿਤੇ ਅਰਦਾਸ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ। ਸੋ ਅਰਦਾਸ ਦੀ ਜਿਹੜੀ ਮਹੱਤਤਾ ਹੈ ਖਾਲਸਾ ਪੰਥ ਦੇ ਅੰਦਰ ਬਹੁਤ ਜ਼ਿਆਦਾ ਹੈ ਜੀ। ਬਾਬਾ ਜੀ, ਅਰਦਾਸ ਦੇ ਅੱਖਰੀ ਅਰਥ ਕੀ ਹੈ? ਜੇ ਆਪਾਂ ਇਸ ਦੇ ਅੱਖਰੀ ਅਰਥ ਕਰਨੇ ਹੋਣ ਸ਼ਬਦ ਦੇ, ਤੇ ਕੀ ਅੱਖਰੀ ਅਰਥ ਹੋਣਗੇ ਇਸ ਦੇ? ਦੇਖੋ, ਜਿਹੜਾ ਅਰਦਾਸ ਸ਼ਬਦ ਹੈ ਉਹ 4 ਵਿਅੰਜਨਾਂ ਅੱਖਰਾਂ ਤੇ 1 ਮਾਤਰਾ ਦੇ ਨਾਲ ਬਣਿਆ ਹੈ। ਜੀ। ਐੜਾ, ਅਰਾਰਾ, ਦੱਦੇ ਨੂੰ ਕੰਨਾ ਤੇ ਸੱਸਾ। ਜੀ। ਅਰਦਾਸ। ਹਾਂਜੀ। ਐੜੇ ਦਾ ਅਰਥ ਹੈ ਅੰਤਰਜਾਮੀ। ਜੀ। ਜਿਹੜਾ ਪਰਮਾਤਮਾ ਅੰਤਰਜਾਮੀ ਹੈ, ਜਿਹਦੇ ਬਾਰੇ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੀ। ਜਿਹੜਾ ਕੱਟ ਕੱਟ ਕੇ ਪਟ ਪਟ ਕੀ ਜਾਣੇ, ਜਿਹੜੇ ਅੰਦਰ ਦੀ ਵੀ ਜਾਣਦਾ, ਕਿਉਂਕਿ ਉਹ ਅੰਦਰ ਹੀ ਬੈਠਾ ਸਾਡੇ, ਅੰਦਰ ਵਸੇ ਬਾਹਰ ਪਿਓ ਹੀ। ਸੋ ਐੜੇ ਦਾ ਅਰਥ ਹੈ ਅੰਤਰਜਾਮੀ। ਉਹ ਤੋਂ ਅੱਗੇ ਰਾਰਾ। ਰਾਰੇ ਦਾ ਅਰਥ ਹੈ ਰਾਖਾ। ਤੂੰ ਮੇਰਾ ਰਾਖਾ ਸਭਨੀ ਥਾਈ, ਰਾਖਾ ਏਕ ਹਮਾਰਾ ਸੁਆਮੀ, ਗੁਰਬਾਣੀ ਕਹਿੰਦੀ ਹੈ। ਸੋ ਜਿਹੜਾ ਪ੍ਰਮਾਤਮਾ ਰਾਖਾ ਹੈ, ਜਿਹੜਾ ਅੰਤਰਜਾਮੀ, ਜਿਹੜਾ ਦਾਤਾ ਹੈ, ਦੱਦੇ ਨੂੰ ਕੰਨਾ ਦਾ ਅਰਥ ਹੈ ਦਾਤਾ। ਹਾਂਜੀ। ਦਾਤਾ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਨ ਨਹੀਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਇਵੇਂ ਸੱਸੇ ਦਾ ਅਰਥ ਹੈ ਸਹਾਰਾ, ਸੰਤਾਂ ਪ੍ਰਵਾਸਾ ਤੇਰਾ। ਸੋ ਜਿਹੜਾ ਪ੍ਰਮਾਤਮਾ ਅੰਤਰਜਾਮੀ ਹੈ, ਜਿਹੜਾ ਰਾਖਾ ਹੈ, ਜਿਹੜਾ ਦਾਤਾ ਹੈ, ਜਿਹੜਾ ਸਹਾਰਾ ਹੈ, ਸੋ ਅੱਖਰੀ ਅਰਥ ਇਹਦੇ ਇਹ ਨੇ ਅਰਦਾਸ ਦੇ। ਜੀ। ਤੇ ਬਾਬਾ ਜੀ, ਇੱਕ ਸਾਨੂੰ ਹੋਰ ਦੱਸੋ ਕਿ ਅਰਦਾਸ ਕਿਸ ਦੇ ਸਨਮੁਖ ਕਰਨੀ ਚਾਹੀਦੀ ਆ? ਦੇਖੋ, ਜਿਵੇਂ ਆਪਾਂ ਅੱਖਰੀ ਅਰਥਾਂ ਦੇ ਵਿੱਚ ਦੇਖਿਆ ਵੀ ਜਿਹੜਾ ਪ੍ਰਮਾਤਮਾ ਅੰਤਰਜਾਮੀ ਹੈ, ਹਾਂਜੀ, ਰਾਖਾ ਹੈ, ਦਾਤਾ ਹੈ, ਸਹਾਰਾ ਹੈ, ਉਹਦੇ ਅੱਗੇ ਅਰਦਾਸ ਕਰਨੀ ਹੈ। ਜੀ। ਸਾਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਜਿਹੜੀ ਅਰਦਾਸ ਕਰਨੀ ਹੈ ਉਹ ਕਿਸੇ ਮਨੁੱਖ ਅੱਗੇ ਨਹੀਂ। ਜੀ। ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣੂ। ਮਹਾਰਾਜ ਕਹਿੰਦੇ ਮਨੁੱਖ ਦੀ ਟੇਕ ਬਿਰਥੀ ਹੈ। ਜੀ। ਸਾਹਿਬ ਬਾਣੀ ਦੇ ਵਿੱਚ ਕਹਿੰਦੇ ਹਨ ਕਿ ਜਿਸ ਮਨੁੱਖ ਪੇ ਕਰੋ ਬੇਨਤੀ, ਸੋ ਆਪਣੇ ਹੀ ਦੁੱਖ ਭਰਿਆ। ਜੇ ਮਨੁੱਖ ਅੱਗੇ ਅਰਦਾਸ ਕਰਾਂਗੇ, ਕੋਈ ਦੁੱਖ ਦੱਸਾਂਗੇ, ਬੇਨਤੀ ਕਰਾਂਗੇ, ਤੇ ਮਨੁੱਖ ਆਪਣੇ ਹੀ ਦੁੱਖ ਜਿਹੜੇ ਆ ਅੱਗੇ ਉਹ ਖੋਲ ਦੇਗਾ। ਜੀ। ਇੱਕ ਗੁਰਬਾਣੀ ਦਾ ਬਚਨ ਹੈ, ਜਿਹੜੇ ਸ਼ਬਦ ਨੂੰ ਭਾਈ ਜੋਗਿੰਦਰ ਸਿੰਘ ਰਿਆੜ ਨੇ ਬਹੁਤ ਜ਼ਿਆਦਾ ਗਾਇਆ ਸੀ ਕਿ ਬਿਨ ਬੋਲਿਆਂ ਸਭ ਤੇ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਉਹ ਕਿਸ ਆਗੇ ਕੀਚੇ ਦਾ ਅਰਦਾਸ ਦਾ ਅਰਥ ਕਈਏ ਸਮਝਦੇ ਆ ਵੀ ਉਹ ਬਿਨ ਬੋਲਿਆਂ ਸਭ ਕੁਝ ਜਾਣਦਾ, ਉਹਦੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ ਹੈ। ਉਹਦਾ ਅਰਥ ਇਹ ਨਹੀਂ ਹੈ ਕਿਸ ਆਗੇ ਕੀਚੇ ਅਰਦਾਸ। ਉਹਦਾ ਅਰਥ ਹੈ ਕਿਸ ਆਗੇ ਕੀਚੇ ਅਰਦਾਸ ਦਾ ਅਰਥ ਹੈ ਕਿ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਅੱਗੇ ਅਰਦਾਸ ਨਹੀਂ ਕਰਨੀ। ਇਹ ਨਹੀਂ ਕਿਹਾ ਵੀ ਉਹਦੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ ਹੈ। ਅੱਧੀ ਤੋਂ ਵੱਧ ਜਿਹੜੀ ਗੁਰਬਾਣੀ ਹੈ ਉਹ ਅਰਦਾਸ ਦੇ ਰੂਪ ਦੇ ਵਿੱਚ ਹੀ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸ ਕਰਕੇ ਜਿਹੜੀ ਅਰਦਾਸ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਤੇ ਉਸ ਅਕਾਲ ਪੁਰਖ ਅੱਗੇ ਕਰਨੀ ਹੈ। ਜਿਹੜੀ ਅਰਦਾਸ ਹੈ ਪਰਮਾਤਮਾ ਕਿਸੇ ਮਨੁੱਖ ਅੱਗੇ ਨਹੀਂ ਕਰਨੀ, ਕਿਉਂਕਿ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਨੇ ਪੈਦਾ ਕੀਤਾ ਹੈ। ਗੁਰਬਾਖ ਹੈ ਜਗ ਜੀਵਨ ਪੁਰਖ ਤਿਆਗ ਕੇ ਮਾਨ ਸੰਧਿਆ।
ਕਿ ਜਿਸ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ, ਜਿਹਨੂੰ ਮਨੁੱਖ ਬਣਾਇਆ, ਜੀ ਜੀ ਉਸ ਮਨੁੱਖ ਅੱਗੇ ਅਰਦਾਸ ਨਹੀਂ ਕਰਨੀ। ਪਰਮਾਤਮਾ ਕਿਸੇ ਫੋਟੋ ਅੱਗੇ ਨਹੀਂ, ਕਿਸੇ ਆਮ ਕਰਕੇ ਆਪਾਂ ਦੇਖਦੇ ਹਾਂ ਫਿਲਮਾਂ ਦੇ ਵਿੱਚ, ਤੁਸੀਂ ਬਹੁਤ ਪੰਜਾਬੀ ਹਾਂਜੀ ਅੱਜ ਕੱਲ੍ਹ ਚੱਲ ਰਿਹਾ ਬਾਬਾ ਜੀ, ਇਹ ਚੀਜ਼ ਚੱਲ ਰਹੀ, ਕਾਫੀ ਪ੍ਰਚਲਿਤ ਹੋ ਚੁੱਕੀ ਹੈ ਜੀ। ਪੰਜਾਬੀ ਹਿੰਦੀ ਫਿਲਮਾਂ ਦੇ ਵਿੱਚ ਜਿਹੜਾ ਦੇਖੋ, ਜਿਵੇਂ ਇੱਕ ਇੰਟਰਵਿਊ ਵੀ ਸਾਡਾ ਇੱਕ ਪ੍ਰਚਾਰ ਦਾ ਮਾਧਿਅਮ ਹੈ। ਹਾਂਜੀ। ਜਿਵੇਂ ਫਿਲਮਾਂ ਵੀ ਜਿਹੜਾ ਹੈ ਕਿਵੇਂ ਇੱਕ ਮਾਧਿਅਮ ਹੈ, ਉਹਦੇ ਵਿੱਚ ਨੈਗੇਟਿਵ ਪੋਜ਼ਿਟਿਵ ਸਭ ਕੁਝ ਹੁੰਦਾ ਹਾਂਜੀ, ਹੈ। ਹਾਂਜੀ। ਸੋ ਕਿਤੇ ਨਾ ਕਿਤੇ ਉਹ ਨਾ ਸਮਝੀ ਦੇ ਵਿੱਚੋਂ ਕਿ ਸਾਡੀ ਸਿੱਖ ਮਰਿਆਦਾ ਦਾ ਨਹੀਂ ਪਤਾ, ਜਿਹੜੇ ਪ੍ਰੋਡਿਊਸਰ ਨੇ, ਜਿਹੜੇ ਰਾਈਟਰ ਨੇ, ਫਿਲਮਾਂ ਲਿਖਦੇ ਨੇ ਕਈ ਵਾਰ, ਇਸ ਕਰਕੇ ਉਹ ਜਦੋਂ ਅਰਦਾਸ ਦੀ ਗੱਲ ਆਉਂਦੀ ਹੈ ਤੇ ਕਈ ਵਾਰ ਉਹ ਫੋਟੋ ਅੱਗੇ ਜਿਹੜਾ ਹੈ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਅੱਗੇ ਖੜਾ ਕਰ ਦਿੰਦੇ ਆ। ਜਿਹੜੀ ਫੋਟੋ ਹੈ ਗੁਰੂ ਸਾਹਿਬਾਨ ਨੇ ਆਪਣੇ ਟਾਈਮ ਤੇ ਆਪਣੀ, ਉਹ ਕੈਮਰਾ ਨਹੀਂ ਸੀ, ਫੋਟੋ ਬਣਦੀ ਨਹੀਂ ਸੀ ਉਦੋਂ, ਜੀ ਜੀ ਠੀਕ ਹੈ ਜੀ, ਤੇ ਉਹ ਚਿੱਤਰਕਾਰ ਫੋਟੋ ਬਣਾਉਂਦੇ ਸਨ, ਪਰ ਗੁਰੂ ਸਾਹਿਬ ਨੇ ਆਪਣੀ ਫੋਟੋ ਨਹੀਂ ਬਣ ਦਿੱਤੀ। ਉਹਦਾ ਕਾਰਨ ਇਹ ਸੀ ਕਿ ਕੋਈ ਫੋਟੋ ਦਾ ਪੁਜਾਰੀ ਨਾ ਬਣ ਜਾਵੇ। ਸੋ ਜਿਹੜੀ ਉਹ ਫੋਟੋ ਅੱਗੇ ਸਾਡੇ ਪ੍ਰਚਾਰ ਦੇ ਨੇ ਫਿਲਮਾਂ ਦੇ ਵਿੱਚ, ਉਹ ਨਾ ਸਮਝੀ ਕਰਕੇ, ਗਿਆਨ ਨਾ ਹੋਣ ਕਰਕੇ, ਮਰਿਆਦਾ ਨੂੰ ਨਾ, ਸੋ ਫੋਟੋ ਅੱਗੇ ਨਹੀਂ, ਮਨੁੱਖ ਅੱਗੇ ਨਹੀਂ, ਕਿਸੇ ਪੱਥਰ ਅੱਗੇ ਨਹੀਂ ਅਰਦਾਸ ਕਰਨੀ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਅੱਗੇ ਅਰਦਾਸ, ਜਨ ਕੀ ਪ੍ਰਭ ਅੱਗੇ ਅਰਦਾਸ। ਜੀ। ਉਹ ਤੇ ਸ਼ਬਦ ਵਰਤਿਆ ਪ੍ਰਭ, ਨਾ ਕੀ ਵਰਤਿਆ ਮਨੁੱਖ ਜਾਂ ਪੱਥਰ ਜਾਂ ਫੋਟੋ ਜੀ। ਜਾਂ ਆਦਿ ਹੋਰ ਕਿਸੇ। ਇਸ ਕਰਕੇ ਅਰਦਾਸ ਜਿਹੜੀ ਹੈ ਉਹ ਅਕਾਲ ਪੁਰਖ ਅੱਗੇ ਸਿੱਖ ਦੀ। ਤੇ ਫਿਰ ਬਾਬਾ ਜੀ ਇਹ ਦੱਸੋ ਕਿ ਅਰਦਾਸ ਕਰਨ ਦੀ ਫਿਰ ਮਰਿਆਦਾ ਕੀ ਆ? ਦੇਖੋ ਅਰਦਾਸ ਕਰਨ ਦੀ ਜਿਹੜੀ ਮਰਿਆਦਾ ਹੈ, ਪਹਿਲੇ ਗੱਲ ਤੇ ਅਰਦਾਸ ਜਿੱਤੋਂ ਆਪਾਂ ਖੜੇ ਹੋਣਾ ਹੈ, ਜਿਵੇਂ ਇੱਕ ਰਾਸ਼ਟਰੀ ਗੀਤ ਵਿੱਚ ਆਪਾਂ ਹਾਂਜੀ। ਖੜੇ ਹੁੰਦੇ ਹਾਂ, ਬਿਲਕੁਲ ਸਾਵਧਾਨ, ਸਾਡੇ ਜੀ। ਹੱਥ ਜਿਹੜੇ ਆ ਉਹ ਹੇਠਾਂ ਨੂੰ ਹੁੰਦੇ ਆ। ਪਰ ਅਰਦਾਸ ਵਿੱਚ ਜਿਹੜਾ ਖੜਾ ਹੋਣ ਦਾ ਤਰੀਕਾ ਹੈ, ਰਾਸ਼ਟਰੀ ਗੀਤ ਤੋਂ ਥੋੜਾ ਜਿਹਾ ਫਰਕ ਹੈ। ਰਾਸ਼ਟਰੀ ਗੀਤ ਦੇ ਵਿੱਚ ਸਾਡੇ ਹੱਥ ਥੱਲੇ ਹੁੰਦੇ ਆ, ਆਪਾਂ ਸਾਵਧਾਨ ਹੁੰਦੇ ਹਾਂ, ਜੀ। ਠੀਕ ਹੈ। ਅਰਦਾਸ ਦੇ ਵਿੱਚ ਜਿਹੜੇ ਹੱਥ ਸਾਡੇ ਉਹ ਉੱਪਰ ਆ ਜਾਂਦੇ ਨੇ। ਠੀਕ ਸੋ ਹੈ ਇਸ ਜੀ। ਕਰਕੇ ਜਿਹੜੀ ਮਹਾਰਾਜ ਨੇ ਅਰਦਾਸ ਜਿਵੇਂ ਦੀ ਪੰਕਤੀ ਵਿੱਚ ਦੋਏ ਕਰ ਜੁੜ ਕਰੋ ਅਰਦਾਸ ਕਰ, ਹਾਂਜੀ। ਕਹਿੰਦੇ ਹੱਥਾਂ ਨੂੰ, ਜੀ। ਕਿ ਦੋਵੇਂ ਹੱਥ ਆਉਂ ਜੁੜੇ ਹੋਣੇ ਚਾਹੀਦੇ, ਨਾ ਕਿ ਆਉਂ ਹੋਣੇ ਚਾਹੀਦੀ ਹੈ, ਇੱਥੇ ਨਹੀਂ ਹੋਣੇ ਚਾਹੀਦੇ ਹੈ। ਜੀ। ਸੋ ਇਵੇਂ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਉਸ ਅਕਾਲ ਪੁਰਖ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਨੀ। ਕਿਉਂਕਿ ਅਰਦਾਸ ਦੇ ਅਰਥ ਹੀ ਇਹ ਨੇ, ਅਰਧ ਜਮਾ ਆਸ, ਆਸ ਦਾ ਅਰਥ ਮਨੋਕਾਮਨਾ, ਜੀ ਤੇ ਅਰਧ ਜਮਾ ਦਾਸ, ਦਾਸ ਦਾ ਅਰਥ ਹੁੰਦਾ ਬੇਨਤੀ। ਆਸ ਜਿਹੜੀ ਆਪਣੀ ਉਹ ਬੇਨਤੀ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਉਸ ਅਕਾਲ ਪੁਰਖ ਅੱਗੇ ਰੱਖਣੀ ਹੈ। ਸੋ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਹੀਂ ਹੈ ਜੀ ਤੇ ਤੁਸੀਂ ਕਿਸੇ ਵੀ ਪਾਸੇ ਮੂੰਹ ਕਰਕੇ ਅਰਦਾਸ ਕਰ ਸਕਦੇ ਹੋ, ਜੀ। ਕਿਉਂਕਿ ਚਤੁਰ ਦਿਸ਼ਾ ਕੀਨੋ ਵੱਲ ਆਪਣਾ। ਕਈ ਵਾਰ ਲੋਕੀ ਕਹਿੰਦੇ ਨੇ ਪੂਰਬ ਵੱਲ ਨੂੰ ਮੂੰਹ ਕਰਨਾ ਜੀ। ਹਾਂਜੀ ਹਾਂਜੀ ਸੋ ਪੂਰਬ ਵੱਲ ਨੂੰ ਮੂੰਹ ਕਰਨ ਤੋਂ ਭਾਵ ਕੇਵਲ ਇੰਨਾ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਲਾਈਟ ਦੇ ਸਾਧਨ ਘੱਟ ਹੁੰਦੇ ਸੀ, ਪੂਰਬ ਤੋਂ ਸੂਰਜ ਚੜ੍ਹਦਾ ਸੀ। ਠੀਕ ਇਸ ਹੈ। ਕਰਕੇ ਘਰਾਂ ਦੇ ਜਿਹੜੇ ਦਰਵਾਜ਼ੇ ਸੀ ਉਹ ਵੀ ਪੂਰਬ ਵਾਲੀ ਸਾਈਡ ਨੂੰ ਬਹੁਤੇ ਰੱਖੇ ਜਾਂਦੇ ਸੀ, ਔਰ ਇੱਧਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਘਰ ਵਿੱਚ ਰੱਖਿਆ ਜਾਂਦਾ ਸੀ, ਤਾਂ ਵੀ ਪੂਰਬ ਵਾਲੇ ਪਾਸੇ ਨੂੰ ਰੱਖਿਆ ਜਾਂਦਾ ਹੈ ਕਿ ਲਾਈਟ ਦਾ ਜਿਹੜਾ ਉਹ ਮਿਲ ਜੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਜਿਹੜਾ ਚਤੁਰ ਦਿਸ਼ਾ ਕੀਨੋ ਵੱਲ ਆਪਣਾ, ਜੀ ਉਹ ਚਾਰੇ ਦਿਸ਼ਾਵਾਂ 'ਚ, ਘੱਟ ਘੱਟ 'ਚ ਹੈ, ਜਰੇ ਜਰੇ 'ਚ ਹੈ, ਹਰ ਥਾਂ ਤੇ, ਉੱਪਰ ਵੀ ਹੈ, ਥੱਲੇ ਵੀ ਹੈ, ਸਾਡੇ ਅੰਦਰ ਵੀ ਅੰਤਰ ਵਸੇ, ਬਾਹਰ ਵੀ ਉਹੀ, ਘੱਟ ਘੱਟ ਮੇ ਹਰ ਜੂ। ਸੋ ਹਰ ਪਾਸੇ ਉਹ ਪ੍ਰਮਾਤਮਾ ਹੈ। ਸੋ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਜਿਹੜੀ ਹੈ ਉਹ। ਤੇ ਬਾਬਾ ਜੀ ਜੇ ਹੁਣ ਆਪਾਂ ਗੱਲ ਕਰੀਏ ਸਿੱਖ ਪੰਥ ਦੀ, ਹੁਣ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਅਰਦਾਸ ਆ ਉਸ ਦੀ ਕੀ ਮਹੱਤਤਾ ਰਹੀ ਆ ਤੇ ਕੀ ਮਹੱਤਤਾ ਹੈ ਅਰਦਾਸ ਦੀ ਸਿੱਖ ਪੰਥ ਦੇ ਵਿੱਚ? ਦੇਖੋ ਇਤਿਹਾਸ ਵਿੱਚ ਬਹੁਤ ਸਾਰੀਆਂ ਐਸੀਆਂ ਸਾਖੀਆਂ ਹੁੰਦੀਆਂ ਹਨ ਕਿ ਜਦੋਂ ਸਿੱਖਾਂ ਨੇ ਅਰਦਾਸ ਕੀਤੀ ਜੀ। ਤੇ ਫਿਰ ਉਸ ਅਰਦਾਸ ਦੇ ਉੱਪਰ ਪੂਰੇ ਉਤਰੇ। ਕਹਿੰਦੇ ਨਸਹਿਰੇ ਦੀ ਜੰਗ ਚੱਲ ਰਹੀ ਸੀ, ਜੀ। ਉਹਦੇ ਵਿੱਚ ਅਕਾਲੀ ਫੂਲਾ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ, ਹਾਂਜੀ ਹਾਂਜੀ ਉਹਨਾਂ ਨੇ ਅਰਦਾਸ ਕਰਤੀ ਸੀ ਕਿ ਆਪਾਂ ਜੰਗ ਦੇ ਵਿੱਚ ਜਾਣਾ ਹੈ। ਜੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਅੱਗੇ ਜਿਹੜੀ ਦੁਸ਼ਮਣ ਦੀ ਸੈਨਾ ਬਹੁਤ ਜ਼ਿਆਦਾ, ਉਹਨਾਂ ਕੋਲ ਬਰੂਦ ਬਹੁਤ ਜ਼ਿਆਦਾ ਹੈ। ਹਾਂਜੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲ ਅਕਾਲੀ ਫੂਲਾ ਸਿੰਘ ਨੂੰ ਕਿਹਾ ਕਿ ਤੁਸੀਂ ਹਮਲਾ ਥੋੜੇ ਸਮੇਂ ਲਈ ਮੁਲਤਵੀ ਕਰ ਦਿਓ, ਰੋਕ ਦਿਓ, ਜੀ ਕਿਉਂਕਿ ਅੱਗੇ ਗੋਲਾ ਬਰੂਦ ਜਿਹੜਾ ਬਹੁਤ ਤਾਦਾਦ ਦੇ ਅੰਦਰ ਹੈ, ਬੜੀ ਗਿਣਤੀ ਦੇ ਅੰਦਰ ਹੈ, ਫੌਜ ਵੀ ਬਹੁਤ ਗਿਣਤੀ ਦੇ ਅੰਦਰ। ਪਰ ਜੀ। ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਆਪਾਂ ਅਰਦਾਸ ਜਿਹੜੀ ਹੈ ਉਹ ਕਰ ਦਿੱਤੀ ਹੈ, ਜੀ ਹੁਣ ਆਪਾਂ ਪਿੱਛੇ ਮੁੜਨਾ ਨਹੀਂ। ਸੋ ਅਰਦਾਸ ਤੇ ਵਿਸ਼ਵਾਸ ਕੀਤਾ ਅਕਾਲੀ ਫੂਲਾ ਸਿੰਘ ਜੀ ਨੇ, ਤੇ ਉਹ ਨਸਹਿਰੇ ਦੀ ਜੰਗ ਜਿਹੜੀ ਸੀ ਉਹ ਅਕਾਲੀ ਫੂਲਾ ਸਿੰਘ ਉਹਨਾਂ ਨੇ ਜਿੱਤ ਲਈ। ਇਵੇਂ ਇਤਿਹਾਸ ਦੇ ਅੰਦਰ ਸਰਦਾਰ ਜੱਸਾ ਸਿੰਘ ਰਾਮਗੜੀਆ, ਜੀ ਕਹਿੰਦੇ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸਨ ਆਪਣੀ ਮਿਸਲਾਂ ਦੇ ਨਾਲ, ਤੇ ਉਹਨਾਂ ਕੋਲ ਆਰਥਿਕ ਤੰਗੀ ਬਹੁਤ ਜ਼ਿਆਦਾ ਉਹਨਾਂ ਨੂੰ ਆ ਗਈ, ਜੀ। ਪੈਸੇ ਦੀ ਤੰਗੀ ਬਹੁਤ ਜ਼ਿਆਦਾ ਆ ਗਈ ਉਹਨਾਂ ਨੂੰ। ਉਹਨਾਂ ਨੇ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਕਹਿੰਦੇ ਖੂਹ ਦੇ ਵਿੱਚ ਪਾਣੀ ਲੈਣ ਨਹੀਂ ਗਏ ਜੀ। ਲੱਜ ਥੱਲੇ ਸੁੱਟੀ, ਬਾਲਟੀ ਸੱਟੀ ਸੁੱਟੀ ਤੇ ਹਾਂਜੀ। ਤਾਂ ਨੂੰ ਚੁੱਕੀ ਉਸ ਬਾਲਟੀ ਨੂੰ, ਤੇ ਉਸ ਬਾਲਟੀ ਦੇ ਵਿੱਚ ਉਸ ਸਮੇਂ ਜਿਹੜੀ ਮੁੰਦਰਾ, ਪੈਸੇ ਸੀ, ਮੋਹਰਾਂ ਜਿਹੜੀਆਂ ਸੀ ਉਹ ਆ ਗਈਆਂ। ਇਸੇ ਤਰ੍ਹਾਂ ਅਟਕ ਦਰਿਆ ਚੜਿਆ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕੀਤੀ, ਕਹਿੰਦੇ ਵੀ ਉਹ ਹਾਂਜੀ, ਹਾਂਜੀ। ਜਿਹੜਾ ਉਹ ਕਿਵੇਂ ਥੋੜਾ ਵਗਣ ਲੱਗ ਪਿਆ ਤੇ ਉਹਨਾਂ ਦੀ ਸੈਨਾ ਜਿਹੜੀ ਉਹ ਨਿਕਲ ਗਈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਉੱਪਰ
ਸੋਲੀ ਖਾਂ ਚੜ੍ਹਾਈ ਕਰਕੇ ਆਇਆ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਲੋਕਾਂ ਨੇ ਐਡਵਾਈਸ ਕੀਤਾ, ਸਲਾਹ ਕੀਤਾ ਕਿ ਸੋਲੀ ਖਾਂ ਨੂੰ ਕੋਈ ਚਿੱਠੀ ਪੱਤਰ ਲਿਖੋ ਜੀ ਕਿ ਉਹ ਤੁਹਾਡੇ ਦੀ ਚੜ੍ਹਾਈ ਕਰਕੇ ਨਾ ਆਵੇ, ਤੁਹਾਨੂੰ ਮਾਰਨ ਦੇ ਲਈ ਨਹੀਂ ਆਵੇ। ਜੀ ਗੁਰੂ ਸਾਹਿਬ ਨੇ ਉਹ ਗੱਲ ਨਹੀਂ ਮੰਨੀ। ਠੀਕ ਹੈ ਜੀ। ਗੁਰੂ ਸਾਹਿਬ ਨੂੰ ਫਿਰ ਸਲਾਹ ਦਿੱਤੀ ਇੱਦਾਂ ਕਰੋ ਕਿ ਚਲੋ ਜੀ ਚਿੱਠੀ ਨਹੀਂ ਲਿਖਣੀ ਜੀ। ਤੇ ਤੁਸੀਂ 2 ਮਨੁੱਖ ਪਹੁੰਚਾਓ ਉਹਨਾਂ ਦੇ ਕੋਲ, 2 ਆਪਣੇ ਜਿਹੜੇ ਮੈਸੇਜ ਦੇਣ ਵਾਲੇ ਜਿਹੜੇ ਮੈਸੇਂਜਰ ਆ ਉਹ ਭੇਜੋ ਆਪਣੇ, ਹਨਾ ਜੀ, ਦੂਤ ਜੀ, ਭੇਜੋ। ਜੀ। ਗੁਰੂ ਸਾਹਿਬ ਨੇ ਉਹ ਵੀ ਨਹੀਂ ਮੰਨੀ। ਜੀ ਗੁਰੂ ਸਾਹਿਬ ਕਹਿੰਦੇ ਮੈਂ ਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ। ਗੁਰੂ ਜੀ। ਸਾਹਿਬ ਨੇ ਅਰਦਾਸ ਕੀਤੀ ਤੇ ਸੋਲੀ ਖਾਂ ਜਦੋਂ ਆਇਆ ਚੜ੍ਹਾਈ ਕਰਕੇ ਹਾਂਜੀ ਤੇ ਆ ਕੇ ਪ੍ਰਿਥੀ ਚੰਦ ਦੇ ਕੋਲ ਰੁਕਿਆ ਜੀ ਤੇ ਪ੍ਰਿਥੀ ਚੰਦ ਉਹਨੂੰ ਆਪਣਾ ਕਿਵੇਂ ਜਿਹੜਾ ਹੈ ਭੱਠਾ ਦਿਖਾਉਣ ਲਈ ਲੈ ਗਿਆ। ਜੀ ਜੀ ਜਦੋਂ ਸੋਲੀ ਖਾਂ ਭੱਠਾ ਮਤਲਬ ਦੇਖਣ ਲਈ ਗਿਆ ਘੋੜੇ ਆਪਣੇ ਤੇ ਘੋੜਾ ਜਿਹੜਾ ਕਿਵੇਂ ਉਹ ਭੁੜਕ ਗਿਆ ਤੇ ਜੀ। ਸੋਲੀ ਖਾਂ ਘੋੜੇ ਤੋਂ ਡਿੱਗ ਕੇ ਤੇ ਕਿਵੇਂ ਉਹ ਭੱਠੇ 'ਚ ਪੈ ਕੇ ਉਹਦੀ ਜਿਹੜੀ ਉਹ ਮੌਤ ਹੋ ਗਈ। ਸੋ ਜੀ। ਗੁਰੂ ਸਾਹਿਬ ਨੇ ਕੋਈ ਸ਼ਰਾਪ ਨਹੀਂ ਦਿੱਤਾ, ਕਾਰਨ ਕਿ ਜੀ। ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਜਿਹੜਾ ਸੋਲੀ ਖਾਂ ਗੁਰੂ ਅਰਜਨ ਸਾਹਿਬ ਨੂੰ ਮਾਰਨ ਦੇ ਲਈ ਆ ਰਿਹਾ ਸੀ ਹਾਂਜੀ ਉਹ ਸੋਲੀ ਖਾਂ ਆਪ ਹੀ ਮਰ ਗਿਆ। ਉਸ ਅਕਾਲ ਪੁਰਖ ਦੇ ਭਾਣਾ ਵਧਾਇਆ ਪ੍ਰਮਾਤਮਾ। ਸੋ ਅਰਦਾਸ ਦੇ ਵਿੱਚ ਜਦੋਂ ਸਿੱਖ ਅਰਦਾਸ ਕਰ ਦਿੰਦੇ ਆ ਤੇ ਫਿਰ ਇਹ ਪਿੱਛੇ ਜਿਹੜੇ ਹੈ ਉਹ ਨਹੀਂ ਮੁੜਦੇ। ਜੀ। ਤੇ ਫਿਰ ਬਾਬਾ ਜੀ ਇਹ ਦੱਸੋ ਕਿ ਅਰਦਾਸ ਦਾ ਫਿਰ ਕੀ ਰੂਪ ਹੋਣਾ ਚਾਹੀਦਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਵਾਦ ਵਿਵਾਦ ਬਹੁਤ ਚੱਲਦੇ ਆ, ਆਪ ਜੀ ਜਾਣਦੇ ਹੋ। ਹਾਂਜੀ। ਤੇ ਫਿਰ ਜਿਹੜਾ ਵਾ ਸਿੱਖ ਰਹਿਤ ਮਰਿਆਦਾ ਅਨੁਸਾਰ ਅਰਦਾਸ ਦਾ ਰੂਪ ਕੀ ਹੋਣਾ ਚਾਹੀਦਾ, ਹਾਂ। ਇਹ ਜ਼ਰੂਰ ਦੱਸੋ ਜੀ। ਦੇਖੋ ਅਰਦਾਸ ਦਾ ਜਿਹੜਾ ਰੂਪ ਹੈ ਉਹ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ। ਸਿੱਖ ਰਹਿਤ ਮਰਿਆਦਾ ਇੱਕ ਇਹੋ ਜਿਹੀ ਕਿਤਾਬ ਹੈ, ਇੱਕ ਇਹੋ ਜਿਹਾ ਡਾਕੂਮੈਂਟ ਹੈ ਸਿੱਖ ਪੰਥ ਦੇ ਲਈ, ਜਿਹੜਾ ਤੁਸੀਂ ਹਿਸਾਬ ਲਾ ਲਓ ਕਿ 1937 ਦੇ ਵਿੱਚ ਲਾਗੂ ਹੋਇਆ ਸੀ। ਜੀ ਅੱਜ 1937 ਤੁਸੀਂ ਲਾ ਲਓ ਕਿ ਅੱਜ 2021 ਹੈ। ਹਾਂਜੀ ਲਗਭਗ ਮੈਂ ਸ਼ਬਦ ਵਰਤਿਆ 85 ਸਾਲ ਹੋ ਗਏ ਨੇ। ਬਿਲਕੁਲ ਜੀ ਮਤਲਬ ਜਿਹੜੀ ਚੀਜ਼ ਨੂੰ ਲਾਗੂ ਹੋਈ ਨੂੰ 85 ਸਾਲ ਹੋ ਗਏ ਹੁਣ, ਬਿਲਕੁਲ ਜਿਹੜੀ ਆਪਾਂ ਦੇਖੀ ਨਾ ਹੋਵੇ ਜਾਂ ਪੜ੍ਹੀ ਨਾ ਹੋਵੇ ਜੀ ਜਾਂ ਉਹ ਸਾਡੇ 'ਚ ਪ੍ਰਚਾਰੀ ਨਾ ਗਈ ਹੋਵੇ, ਸਾਨੂੰ ਸਮਝਾਈ ਨਾ ਗਈ ਹੋਵੇ ਜੀ। ਜਾਂ ਆਪਾਂ ਉਹਨੂੰ ਸਮਝ ਕੇ ਮੰਨਿਆ ਨਾ ਹੋਵੇ। ਸੋ ਉਹ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜਿਹਨੂੰ ਬਣਾਉਣ ਦੇ ਲਈ 9 ਸਾਲ ਲੱਗੇ। ਉਹਦੇ ਪੇਜ ਕੇਵਲ 32 ਪੇਜ ਹੈ। ਠੀਕ ਹੈ ਜੀ 32 ਪੇਜਾਂ ਦੇ ਵਿੱਚੋਂ 24 ਪੇਜ ਜਿਹੜੇ ਨੇ ਉਹਦੇ ਤੇ ਮਰਿਆਦਾ ਲਿਖੀ ਹੈ ਤੇ 8 ਪੇਜ ਦੇ ਉੱਪਰ ਖਰੜਾ ਲਿਖਿਆ ਵੀ ਮਰਿਆਦਾ ਤਿਆਰ ਕਿਵੇਂ ਕੀਤੀ ਗਈ। ਸੋ ਠੀਕ। ਜਿਹੜੀ ਚੀਜ਼ ਨੂੰ ਤਿਆਰ ਨੂੰ 9 ਸਾਲ ਲੱਗੇ, 32 ਪੇਜ ਨੇ, ਹਾਂਜੀ। ਉਹਦੇ ਵਿੱਚ ਅਰਦਾਸ ਦਾ ਜਿਹੜਾ ਹੈ ਉਹ ਕਿਵੇਂ ਰੂਪ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਪ੍ਰਥਮ ਭਗਉਤੀ ਸਿਮਰਕ ਹੈ ਵਾਲੀ ਹਾਂਜੀ, ਜਿਹੜੀ ਪੌੜੀ ਹੈ, ਨਾਨਕ ਲਈ ਧਿਆਈ। ਹਾਂ ਜੀ। ਚੰਡੀ ਦੀ ਵਾਰ ਦੀ ਪੌੜੀ ਹੈ। ਉਸ ਤੋਂ ਜੀ। ਬਾਅਦ 5 ਪਿਆਰੇ ਚੌਹਾਂ ਸਾਹਿਬਜ਼ਾਦਿਆਂ ਦੀ ਗੱਲ ਹੈ, ਫਿਰ ਸਿੰਘਾਂ ਸਿੰਘਣੀਆਂ ਦੀ ਗੱਲ ਹੈ, ਫਿਰ 5 ਤਖਤਾਂ ਦੀ ਗੱਲ ਹੈ, ਪ੍ਰਥਮੇ ਜੀ। ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਜੀ। ਫਿਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਦੀ ਗੱਲ ਹੈ, ਹਾਂਜੀ। ਸਿੱਖਾਂ ਦਾ ਮਾਨ ਨੀਵਾਂ ਮੱਤ ਉੱਚੀ ਦੀ ਗੱਲ ਹੈ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਾਂ ਪੰਥ ਨੂੰ ਛੋੜੇਗਾ, ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਾਂਜੀ। ਇੱਥੇ ਆ ਕੇ ਮੁੜ ਕੇ ਜਿਹੜਾ ਹੈ ਕਿਵੇਂ ਉਹ ਜਕਾਰਾ ਗਜਾਉਣ ਦੀ ਗੱਲ ਕੀਤੀ ਹੈ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ। ਸੋ ਇਹ ਅਰਦਾਸ ਦਾ ਸੰਪੂਰਨ ਰੂਪ ਹੈ। ਸੋ ਇਹਨੇ ਮੈਨੂੰ ਰੱਖਣਾ ਚਾਹੀਦਾ, ਨਾ ਇਹਨੂੰ ਵਧਾਉਣਾ ਵਾ ਤੇ ਨਾ ਘਟਾਉਣਾ ਹੈ। ਜੀ। ਕਈ ਕੀ ਕਰਦੇ ਨੇ ਕਿ ਜਿਵੇਂ ਜਦੋਂ 5 ਪਿਆਰਿਆਂ ਦੀ ਗੱਲ ਆਉਂਦੀ ਹੈ ਉੱਥੇ 5 ਪਿਆਰੇ ਗਿਣ ਲੱਪਾਂਦੇ ਨੇ, ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ। ਨਹੀਂ, ਉਹ ਸਾਨੂੰ ਉੱਦਾਂ ਸਾਡੇ ਧਿਆਨ 'ਚ ਹੋਣੀ ਚਾਹੀਦੀਆਂ ਚੀਜ਼ਾਂ। ਜੀ। ਉੱਥੇ ਆਪਾਂ ਗਿਣਨਾ ਨਹੀਂ, ਕਿਉਂ ਗਿਣ ਲਈ ਕਿਹਾ ਨਹੀਂ। ਉਦੋਂ ਬਾਅਦ 4 ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ, ਚਲੋ ਉਹਦੇ 4 ਸਾਹਿਬਜ਼ਾਦੇ ਕੋਈ ਗਿਣ ਸਕਦਾ ਜੀ, 40 ਮੂਰਤੀਆਂ ਦੀ ਆਉਂਦੀ ਹੈ। ਉੱਥੇ ਜਾ ਕੇ ਹੁਣ ਇੰਨੇ ਨਾਂ ਕੌਣ ਚੇਤੇ ਰੱਖੇ, ਉੱਥੇ ਚੁੱਪ ਕਰ। ਸੋ ਅਰਦਾਸ ਹਾਂਜੀ। ਦੇ ਵਿੱਚ ਇੱਕ ਬਜ਼ੁਰਗ ਵੀ ਬੈਠਾ ਹੈ, ਜੀ ਜੀ ਠੀਕ ਹੈ, ਖੜਾ ਹੈ ਬਜ਼ੁਰਗ, ਇੱਕ ਡਿਲੀਵਰੀ ਵਾਲੀ ਭੈਣ ਵੀ ਖੜੀ ਹੈ। ਇਸ ਕਰਕੇ ਅਰਦਾਸ ਦਾ ਜਿਹੜਾ ਰੂਪ ਹੈ ਬਿਲਕੁਲ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ, ਇਨ ਬਿਨ ਉਹੀ ਸ਼ਬਦ, ਉਹੀ ਉਚਾਰਨ, ਉਹੀ ਹੋਣਾ ਚਾਹੀਦਾ। ਤੁਸੀਂ ਆਮ ਕਰਕੇ ਦੇਖੋ ਜਦੋਂ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ ਜੀ ਤੇ ਉੱਥੋਂ ਤੁਸੀਂ ਇੱਕ ਬੰਨੇ ਗੁਟਕਾ ਸਾਹਿਬ ਪੜ੍ਹ ਲਓ, ਸਿੱਖ ਰਹਿਤ ਮਰਿਆਦਾ ਪੜ੍ਹ ਲਓ, ਨਾਲ ਉਹ ਅਰਦਾਸ ਸੁਣੀ ਜਾਓ। ਹਾਂਜੀ ਸੇਮ ਟੂ ਸੇਮ ਉਹੀ ਸ਼ਬਦ ਆਉਣਗੇ। ਜਿਵੇਂ ਗੁਰਦੁਆਰਿਆਂ ਦੀ ਗੱਲ ਆਉਂਦੀ ਹੈ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ, ਹੋਰ ਦਾ ਮਤਲਬ ਸਾਰੇ ਆ ਗਏ। ਹਾਂਜੀ, ਉਹ ਹਾਂਜੀ। ਪੰਜਾ ਸਾਹਿਬ ਹੈ, ਭਾਵੇਂ ਕੋਈ ਵੀ ਜੀ। ਗੁਰਦੁਆਰਾ ਸਾਹਿਬ, ਸੌਦਾ ਸਾਹਿਬ ਗੁਰਦੁਆਰਾ ਹੈ, ਕੋਈ ਵੀ ਹਾਂਜੀ, ਹੈ, ਹਾਂਜੀ। ਸਾਰੇ ਉੱਥੇ ਗਿਣਾਉਣ ਦੀ ਲੋੜ ਨਹੀਂ ਹੈ ਵੀ ਸ੍ਰੀ ਨਨਕਾਣਾ ਸਾਹਿਬ ਕਰਤਾਰਪੁਰ ਹੈ, ਕਰਤਾਰਪੁਰ ਦੀ ਵੀ ਗੱਲ ਆ ਗਈ। ਬਿਲਕੁਲ। ਜਦੋਂ ਸਾਰੇ ਗੁਰਦੁਆਰਿਆਂ ਦੀ ਗੱਲ ਆ ਗਈ ਤੇ ਸਮਝ ਲਓ। ਸੋ ਉਹਦਾ ਰੂਪ ਜਿਹੜਾ ਹੈ ਉਹ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹੀ ਉਹਦਾ ਰੂਪ ਜਿਹੜਾ ਹੈ ਉਹ ਹੋਣਾ ਚਾਹੀਦਾ। ਹਾਂ, ਸਿੱਖ ਰਹਿਤ ਮਰਿਆਦਾ ਦੇ ਵਿੱਚ ਜੇ ਤਬਦੀਲੀ ਹੋਵੇ, ਜੀ ਜੀ ਪਰ ਤਬਦੀਲੀ ਪੂਰੇ ਪੰਥ ਨੇ ਕਰਨੀ ਹੈ। ਕੋਈ ਜੀ, ਇੱਕ ਜੀ। ਬੰਦਾ ਨਹੀਂ ਕਰ ਸਕਦਾ। ਇੱਕ ਬੰਦਾ ਐਡਵਾਈਸ ਦੇ ਸਕਦਾ, ਕੇਵਲ ਸਲਾਹ ਦੇ ਸਕਦਾ। ਉੱਤੇ ਹਾਂਜੀ, ਵਿਚਾਰ ਹਾਂਜੀ। ਹੋ ਕੇ ਹਾਂ ਵੀ ਇਹ ਅਰਦਾਸ ਦਾ ਵੱਡਾ ਰੂਪ ਹੈ, ਜੀ, ਇਹ ਜੀ। ਵਿਚਾਰ ਕੀਤੀ ਜਾ ਸਕਦੀ। ਸਲਾਹ ਅਜੇ ਜੀ, ਨਹੀਂ, ਜੀ। ਅਜੇ ਉਹਦਾ ਇੱਕੋ ਹੀ ਰੂਪ ਹੈ। ਜੀ। ਸੋ ਉਸ ਤੋਂ ਬਾਅਦ ਕੀਤਾ ਜਾ ਸਕਦਾ ਵੀ ਆਹ ਇਹਦਾ ਜਿਹੜਾ ਹੈ ਉਹ ਸੰਖੇਪ ਰੂਪ ਹੈ। ਸੋ ਜੀ। ਅਰਦਾਸ ਤੋਂ ਪਹਿਲਾਂ ਆਪਾਂ ਜਿਵੇਂ ਪ੍ਰਚਲਿਤ ਹੈ ਸਾਡੇ ਵਿੱਚ ਤੂੰ ਠਾਕੁਰ ਤੂੰ ਪੈ ਅਰਦਾਸ, ਉਹ ਵੀ ਆਪਾਂ ਪੜ੍ਹਦੇ ਹਾਂ, ਠੀਕ ਹੈ। ਜੀ, ਜੀ। ਉਹ ਗੁਰੂ ਸਾਹਿਬ ਦੀ ਕੋੜੀ ਸੁਖਮਨੀ ਸਾਹਿਬ ਦੀ ਜਿਹੜੀ ਚੌਥੀ ਅਸ਼ਟਪਦੀ ਹੈ
ਉਹਦੀ ਅਖੀਰਲਾ ਜਿਹੜਾ ਪਦਾ ਹੈ ਤੂੰ ਠਾਕੁਰ ਤੂੰ ਪੈ ਅਰਦਾਸ ਪੜ੍ਹਦੇ ਹਾਂ। ਉਹ ਤੋਂ ਇਲਾਵਾ ਇੱਕ ਬੜੀ ਹੋਰ ਜ਼ਰੂਰੀ ਚੀਜ਼ ਹੈ ਕਿ ਜਿਹੜੀ ਆਪਾਂ ਪੜ੍ਹਦੇ ਹਾਂ, ਤੁਧ ਅੱਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ, ਉੱਥੇ ਆਪਾਂ ਵਾਹਿਗੁਰੂ ਸ਼ਬਦ ਲਾਉਂਦੇ ਕਈ ਵਾਰ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਵਾਹਿਗੁਰੂ ਸ਼ਬਦ ਜਿਹੜਾ ਉਹ ਲੱਗਾ ਨਹੀਂ ਹੋਇਆ ਜੀ, ਉਹ ਆਪਾਂ ਆਪ ਹੀ ਲਾਉਂਦੇ। ਹੁਣ ਵਾਹਿਗੁਰੂ ਸ਼ਬਦ ਬੜਾ ਰਿਸਪੈਕਟ ਵਾਲਾ ਹੈ, ਪਰਮਾਤਮਾ ਦਾ ਨਾਮ ਆ। ਕੋਈ ਕਹੇਗਾ ਵੀ ਨਹੀਂ, ਪਰ ਅਸੀਂ ਆਪਣੇ ਆਪ ਗੁਰੂ ਗ੍ਰੰਥ ਸਾਹਿਬ 'ਚ ਨਾ ਕੋਈ ਚੀਜ਼ ਵਧਾ ਸਕਦੇ ਹਾਂ ਤੇ ਨਾ ਹੀ ਕੋਈ ਘਟਾ ਸਕਦੇ ਹਾਂ, ਨਾ ਹੀ ਲਾ ਸਕਦੇ ਹਾਂ। ਇੱਦਾਂ ਦੇ ਕੱਲ੍ਹ ਨੂੰ ਕਹੂਗਾ ਕੋਈ ਜਿਹੜਾ ਜੀ ਸ਼ਬਦ ਹੈ ਬੜਾ ਰਿਸਪੈਕਟ ਵਾਲਾ, ਤੇ ਮੈਂ ਕਹੂੰਗਾ ਗੁਰ ਈਸ਼ਰ ਜੀ, ਗੁਰ ਗੋਰਖ ਬ੍ਰਹਮਾ ਜੀ, ਗੁਰ ਪਾਰਵਤੀ ਮਾਈ ਜੀ, ਇੱਦਾਂ ਨਹੀਂ। ਗੁਰੂ ਸਾਹਿਬ ਹੀ ਲਾ ਸਕਦੇ ਸੀ ਵਾਹਿਗੁਰੂ। ਸੋ ਜਿਹੜਾ ਸ਼ਬਦ ਜਿੱਥੇ ਹੈਗਾ ਵਾ ਉਹਨੂੰ ਆਪਾਂ ਉੱਥੇ ਰੱਖਣਾ ਹੈ। ਇਨ ਬੇਨ ਜਿਹੜਾ ਹੈ ਉਹ ਰੱਖਣਾ ਹੈ। ਆਪਣੇ ਕੋਲ ਕੋਈ ਵਾਧੂ ਭਾਵੇਂ ਵਾਹਿਗੁਰੂ ਸ਼ਬਦ ਪਰਮਾਤਮਾ ਦਾ ਨਾਮ ਹੀ ਹੈ, ਪਰ ਨਹੀਂ ਗੁਰੂ ਸਾਹਿਬ ਨੇ ਲਾਇਆ ਨਹੀਂ। ਜੇ ਆਪਾਂ ਆਪਣੇ ਆਪ ਲਾਵਾਂਗੇ ਇਹ ਕਿਤੇ ਨਾ ਕਿਤੇ ਗੁਰਬਾਣੀ ਦੀ ਜਿਹੜੀ ਹੈ ਉਹ ਬੇਅਦਬੀ ਹੈ। ਤੇ ਮਹਾਰਾਜ ਕਹਿੰਦੇ ਜਿਨ ਪੇ ਅਦਬਨਾ ਬਾਣੀ ਧਾਰਾ ਜਾਣੇ ਸੋ ਸਿੱਖ ਨਹੀਂ ਹੋਣਾ। ਬਾਬਾ ਰਾਮ ਰਾਏ ਜੀ ਜਿਹੜਾ ਹਾਂਜੀ ਗੁਰੂ ਹਰੇ ਪਾਤਸ਼ਾਹ ਮਹਾਰਾਜ ਦਾ ਵੱਡਾ ਪੁੱਤਰ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਵੱਡਾ ਭਰਾ ਸੀ, ਜਿਹੜਾ ਬਾਬਾ ਰਾਮ ਰਾਏ ਨੇ ਕੀ ਕੀਤਾ ਸੀ, ਕਈ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਾਰ, ਕਈ ਕਹਿੰਦੇ ਉਹਨਾਂ ਨੇ ਪੂਰੀ ਪੰਕਤੀ ਬਦਲਤੀ। ਨਹੀਂ, ਪੰਕਤੀ ਨਹੀਂ ਬਦਲੀ, ਪੰਕਤੀ 'ਚ ਕਿੰਨੇ ਸ਼ਬਦ ਹੁੰਦੇ ਆ, ਕਈ ਕਹਿੰਦੇ ਪੂਰਾ ਸ਼ਬਦ ਬਦਲਤਾ, ਸ਼ਬਦ ਵੀ ਬਦਲਿਆ ਉਹਨਾਂ ਨੇ ਕੀ ਕੀਤਾ। ਜਿੱਥੇ ਮੁਸਲਮਾਨ ਸ਼ਬਦ ਸੀ ਨਾ, ਉੱਥੇ ਕਿਵੇਂ ਜਿਹੜਾ ਹੈ ਉਹ ਮੰਮੇ ਸੱਸੇ ਦੀ ਜਗ੍ਹਾ ਮੁਸਲਮਾਨ ਦੀ ਜਗ੍ਹਾ ਬੱਬਾ ਈੜੀ ਕਰਤਾ ਬੇਈਮਾਨ। ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਕਿ ਤੂੰ ਅਸੀਂ ਤੇ ਤੂੰ ਹਟਣਾ ਕੋਈ ਨਹੀਂ ਵਾਸਤਾ, ਤੇਰਾ ਬਾਣੀ ਪ੍ਰਤਿਸਕਾਰ ਤੂੰ ਅੱਖਰਾਂ ਨੂੰ ਘਟਾਇਆ, ਵਿਅੰਜਨਾਂ ਨੂੰ ਘਟਾਇਆ। ਇਸੇ ਕਰਕੇ ਆਪਾਂ ਜਿਹੜਾ ਅਰਦਾਸ ਦਾ ਜੋ ਵੀ ਰੂਪ ਹੈ, ਗੁਰਬਾਣੀ ਦਾ ਜੋ ਵੀ ਰੂਪ ਹੈ, ਆਪਾਂ ਨੂੰ ਉਸੇ ਰੂਪ ਦੇ ਵਿੱਚ ਪੜ੍ਹਨਾ। ਉਸ ਤੋਂ ਬਾਅਦ ਦੋਹਰੇ ਦੀ ਗੱਲ ਚੱਲਦੀ ਹੈ। ਸੋ ਉਹ ਚੀਜ਼ਾਂ ਬੜੀਆਂ ਵਿਚਾਰ ਵਾਲੀਆਂ ਵਾ, ਡਿਸਕਸ ਵਾਲੀਆਂ ਬੈਠ ਕੇ ਵੀ ਇਹਨਾਂ ਦਾ ਕੀ ਅਰਥ ਹੈ। ਮਤਲਬ ਉਹ ਸਾਰਾ ਕੌਮੀ ਵਿਸ਼ਾ ਹੈ, ਅੰਤ ਵਿਸ਼ਾ ਹੈ, ਅੰਤ ਉਹਨਾਂ ਕੀ ਕਰਨਾ ਜੀ। ਬਾਬਾ ਜੀ ਆਪ ਜੀ ਨੇ ਇਹਨੂੰ ਚਾਨ ਕੀਤਾ ਤੁਮ ਠਾਕੁਰ ਤੁਮ ਪੇ ਅਰਦਾਸ, ਇਹਦੇ ਜ਼ਰੂਰ ਅਰਥ ਕਰੋ, ਇਹਦੇ ਕੀ ਅਰਥ ਨੇ? ਦੇਖੋ, ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਅਰਥ ਕਰਦੇ ਹਾਂ ਜੀ ਜੀ, ਤੇ ਜਦੋਂ ਉਹਦਾ ਉਚਾਰਨ ਸਹੀ ਕਰਦੇ ਨੇ ਆਪਾਂ, ਤੇ ਅਰਥ ਜਿਹੜਾ ਹੈ ਉਹ ਆਪਣੇ ਆਪ ਉਹਦਾ ਸਮਝ ਆਉਣ ਲੱਗ ਪੈਂਦਾ ਜੀ। ਮਤਲਬ ਸੌਖੇ ਰੂਪ ਦੇ ਵਿੱਚ ਸਮਝ ਆ ਜਾਂਦਾ। ਜਿਵੇਂ ਸਭ ਤੋਂ ਪਹਿਲਾਂ ਇਹ ਜਿਹੜਾ ਪਦਾ ਹੈ ਚੌਥੇ ਸ਼ਲੋਕ ਦਾ, ਜਿਹੜੀ ਅਸ਼ਟਪਦੀ ਹੈ, ਉਹਦਾ ਅਖੀਰਲਾ ਪਦਾ ਹੈ। ਹਾਂਜੀ। ਤੇ ਸਭ ਤੋਂ ਪਹਿਲਾਂ ਇਹਦਾ ਉਚਾਰਨ ਜਿਹੜਾ ਉਹ ਕਿਵੇਂ ਕਈ ਕਰ ਦਿੰਦੇ, ਜਿਵੇਂ ਤੂੰ ਠਾਕੁਰ, ਤੂੰ ਠਾਕੁਰ ਕੋਈ ਸ਼ਬਦ ਨਹੀਂ ਹੈ, ਤੁਮ ਠਾਕੁਰ ਵੀ ਕੋਈ ਸ਼ਬਦ ਨਹੀਂ ਹੈਗਾ। ਸ਼ਬਦ ਹੈ ਤੂੰ ਠਾਕੁਰ ਜੀ, ਤੁਮ ਪੈ ਅਰਦਾਸ, ਇਹਦਾ ਉਚਾਰਨ ਹੈ ਵੀ ਇਹ ਪ੍ਰਮਾਤਮਾ ਤੂੰ ਠਾਕੁਰ ਹੈ, ਉੱਚਾ ਤੂੰ ਠਾਕੁਰ ਤੁਮ ਪੈ ਅਰਦਾਸ, ਅਰਧ ਜਮਾ ਆਸ ਅਰਧ ਜਮਾ ਦਾਸ, ਤੇਰੇ ਅੱਗੇ ਮੇਰੀ ਬੇਨਤੀ ਹੈ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜੀਓ ਦਾ ਅਰਥ ਹੁੰਦਾ ਆਤਮਾ, ਪਿੰਡ ਦਾ ਅਰਥ ਹੁੰਦਾ ਸਰੀਰ। ਹਾਂਜੀ, ਇਹ ਆਤਮਾ ਤੇ ਪਿੰਡ ਰਾਸ ਜਿਵੇਂ ਮੈਥ ਦਾ ਸ਼ਬਦ ਹੈ, ਹਾਂਜੀ, ਉਹ ਪੜ੍ਹਦੇ ਆ ਵਿਆਜ ਮੂਲਤਾਂ ਰਾਸ ਰਾਸੀ ਪੜ੍ਹਦੇ ਜਿਹੜੀ ਰਾਸ ਦਾ ਅਰਥ ਹੁੰਦਾ ਪੂੰਜੀ ਜੀ। ਇਹ ਸਰੀਰ ਤੇ ਆਤਮਾ ਇਹ ਪ੍ਰਮਾਤਮਾ ਤੇਰੀ ਪੂੰਜੀ ਹੈ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਜੀ। ਜਿਵੇਂ ਇਹ ਪ੍ਰਮਾਤਮਾ ਤੂੰ ਸਾਡਾ ਮਾਤਾ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਸਾਡਾ ਮਾਤਾ ਪਿਤਾ ਜੀ। ਠੀਕ ਹੈ, ਜਿਵੇਂ ਕਈ ਮਜ਼ਹਬਾਂ ਦੇ ਅੰਦਰ ਕਿਹਾ ਜਾਂਦਾ ਹੈ ਕਿ ਇੱਕ ਮਨੁੱਖ ਵਿਸ਼ੇਸ਼ ਹੀ ਰੱਬ ਦਾ ਪੁੱਤਰ ਹੈ, ਪਰ ਗੁਰਬਾਣੀ ਕਹਿੰਦੀ ਨਹੀਂ, ਕੋਈ ਇੱਕ ਨਹੀਂ ਹੈ ਪੁੱਤਰ, ਸਾਰੇ ਹੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਇੰਨੀ ਬਰਾਬਰਤਾ ਵੀ ਸਾਰੇ ਹੀ ਅਸੀਂ ਉਹਦੇ ਪੁੱਤਰ ਹੈ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ। ਹੁਣ ਇਹਦਾ ਉਚਾਰਨ ਕਿਰਪਾ ਵਾ, ਨਾ ਕਿ ਕਿਰਪਾ ਵਾ। ਹਾਂਜੀ, ਕਿਰਪਾ ਕਿਉਂਕਿ ਅੱਧਾ ਰਾਰਾ, ਜੇ ਪੂਰਾ ਰਾਰਾ ਹੋਵੇ ਤਾਂ ਫਿਰ ਬਣਦੀ ਕਿਰਪਾ ਜੀ। ਤੁਮਰੀ ਕਿਰਪਾ ਮੈਂ ਸੂਖ ਨੇਰੇ, ਤੇਰੀ ਕਿਰਪਾ ਨਾਲ ਘਨੇਰੇ ਸੁੱਖ ਮਿਲਦੇ, ਘਨੇਰੇ ਤੋਂ ਭਾਵ ਬਹੁਤ ਜ਼ਿਆਦਾ ਜੀ। ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਤੇਰਾ ਅੰਤ ਨਹੀਂ ਕੋਈ ਜਾਣ ਸਕਦਾ ਕਿਉਂਕਿ ਤੂੰ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਮਾਰੇ ਕਹਿੰਦੇ ਸੁਣ ਨਾਲ ਕਹਿਣ ਨਾਲ, ਤੇਰਾ ਵਿਖਿਆਨ ਕਰਨ ਦੇ ਨਾਲ, ਤੇਰੇ ਬਾਰੇ ਦੱਸਣ ਨਾਲ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾ ਸਕਦੇ, ਸਿਫਤਾਂ ਕਰਕੇ ਵੀ ਵਡਿਆਈਆਂ ਕਰਕੇ ਵੀ ਜੀ। ਕੋਈ ਨਾ ਜਾਣੇ ਤੁਮਰਾ ਅੰਤ, ਕਈ ਇੱਥੇ ਪੜ੍ਹਦੇ ਕੋਈ ਨਾ ਜਾਣੇ ਤੁਮਰਾ ਅੰਤ, ਉੱਥੇ ਸ਼ਬਦ ਹੈ ਕੋਈ ਨਾ ਜਾਣੇ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ, ਇਹ ਪ੍ਰਮਾਤਮਾ ਤੂੰ ਉੱਚੇ ਤੋਂ ਉੱਚਾ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਸੂਤਰ ਕਹਿੰਦੇ ਜਿਵੇਂ ਧਾਗਾ ਸੂਤਰ ਜਿਹਨਾਂ ਆਪਾਂ ਪਤੰਗ ਵੀ ਚੜਾਉਂਦੇ ਸੂਤਰ ਨਾਲ। ਹਾਂਜੀ ਹਾਂਜੀ, ਮਾਰੇ ਕਹਿੰਦੇ ਤੇਰੀ ਤੂੰ ਇੱਕ ਸਾਰੀ ਸ੍ਰਿਸ਼ਟੀ ਜਿਹੜੀ ਹੈ ਇੱਕ ਸੂਤਰ, ਇੱਕ ਮਰਿਆਦਾ ਦੇ ਵਿੱਚ ਜਿਹੜੀ ਹੈ ਉਹ ਪਰੋਈ ਹੋਈ ਹੈ। ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਭਾਵ ਆਗਿਆਕਾਰੀ ਤੋਂ ਭਾਵ ਉਹਦਾ ਹੁਕਮ, ਜਿਵੇਂ ਆਪਾਂ ਐਪਲੀਕੇਸ਼ਨ ਲਿਖਦੇ ਰਹੇ ਹਾਂ ਥੱਲੇ ਆਪਣਾ ਆਪ ਜੀ ਦਾ ਆਗਿਆਕਾਰੀ ਜੀ, ਵੀ ਮੈਂ ਟੀਚਰ ਸਾਹਿਬ ਅਧਿਆਪਕ ਸਾਹਿਬ ਤੁਹਾਡਾ ਆਗਿਆਕਾਰੀ ਹਾਂ। ਇਵੇਂ ਮਹਾਰਾਜ ਕਹਿੰਦੇ ਤੁਮ ਤੇ ਹੋਏ ਸੋ ਆਗਿਆਕਾਰੀ, ਪ੍ਰਮਾਤਮਾ ਜੋ ਤੂੰ ਕਰਦਾ ਨਾ ਮੈਨੂੰ ਚੰਗਾ ਲੱਗਦਾ,
ਕਿਉਂਕਿ ਜੀ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਚੰਗੀ। ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ। ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਜੀ ਤੇਰੀ ਗਤ ਅਵਸਥਾ ਤੇ ਮਿਤ ਦਾ ਤੇ ਮਿੰਤੀ ਤੂੰ ਆਪ ਹੀ ਜਾਣਦਾ ਤੁਮਰੀ ਗਤ ਮਿਤ ਤੁਮ ਹੀ ਜਾਣੀ ਤੂੰ ਆਪ ਹੀ ਜਾਣਦਾ ਜੀ। ਕਰਤੇ ਕੀਮਤ ਕਰਤਾ ਜਾਣੀ ਗੁਰਬਾਣੀ ਕਹਿੰਦੀ ਕੈ ਜਾਣੇ ਗੁਰਸੂਰਾ ਪਰਮਾਤਮਾ ਨੂੰ ਜਾਂ ਤੇ ਪਰਮਾਤਮਾ ਜਾਣਦਾ ਤੇ ਜਾਂ ਗੁਰੂ ਦੱਸਦਾ ਕਿ ਪਰਮਾਤਮਾ ਬੇਅੰਤ ਹੈ ਉਹਦਾ ਅੰਤ ਨਹੀਂ ਪਾ ਸਕਦੇ ਜੀ। ਸੋ ਮਹਾਰਾਜ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਮੈਂ ਦਾਸ ਤੇ ਤੂੰ ਗੁਰੂ ਸਾਹਿਬ ਕਹਿੰਦੇ ਕਰਵਾਨ ਜਾਣਾ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕਹਿੰਦੇ ਇਹ ਪ੍ਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਤੇ ਭਲਿਹਾਰ ਜਾਣਾ ਵੀ ਐਸੇ ਪ੍ਰਮਾਤਮਾ ਜਿਹੜਾ ਉੱਚਾ ਹੈ ਜਿਹੜਾ ਭਗਵੰਤ ਹੈ ਜਿਹੜਾ ਮਾਤਾ ਪਿਤਾ ਹੈ ਇਥੋਂ ਇਹ ਵੀ ਸੰਦੇਸ਼ ਮਿਲਦਾ ਹੈ ਕਿ ਆਪਾਂ ਉਸ ਪ੍ਰਮਾਤਮਾ ਅੱਗੇ ਪਰਮੇਸ਼ਰ ਅੱਗੇ ਅਰਦਾਸ ਜਿਹੜੀ ਉਹ ਕਰਨੀ ਹੈ ਇਵੇਂ ਤੁਦੇ ਅੱਗੇ ਅਰਦਾਸ ਮਾਰੇ ਜਿਉ ਪਿੰਡ ਸਭ ਤੇਰਾ ਜਿਉ ਪਿੰਡ ਆਤਮਾ ਦੀ ਸ੍ਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਾਹਿਬ ਤੇਰੀ ਬੜਾਈ ਕੋਈ ਨਾ ਜਾਣੇ ਸਾਰੀਆਂ ਬੜਾਈਆਂ ਤੇਰੀਆਂ ਹੀ ਹੈ। ਸੋ ਇਹਦੇ ਅਰਥ ਹੈ ਕਿ ਉਹ ਤੂੰ ਠਾਕਰ ਦਾ ਤੂੰ ਬਾਰਿਕ ਕਿਰਪਾ ਕਿ ਕਈ ਜੀ ਲਾ ਦਿੰਦੇ ਆ ਜੀ 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 ਲਾ ਦੇ ਵਿੱਚ ਜੀ ਲਾਈ ਜਾਂਦੇ ਪਿਛੇ ਤੂੰ ਠਾਕਰ ਤੂੰ ਪਿਆਰਦਾ ਜੀ ਜੀਓ ਪਿੰਡ ਸਾਹਿਬ ਤੇਰਾ ਹਾਂਜੀ, ਜੀ ਹਾਂਜੀ। ਉਹ ਜੀ ਵੀ ਨਹੀਂ ਉੱਥੇ ਲਿਖਿਆ ਹੈਗਾ ਭਾਵੇਂ ਰਿਸਪੈਕਟ ਵਾਲਾ ਸ਼ਬਦ ਹੈ ਸਤਿਕਾਰਯੋਗ ਸ਼ਬਦ ਹੈ ਹਾਂਜੀ, ਹਾਂਜੀ। ਪਰ ਉੱਥੇ ਲਿਖਿਆ ਨਹੀਂ ਹੈ ਫਿਰ ਉਹੀ ਗੱਲ ਆ ਗਈ ਜ਼ਿਕਰ ਕੀਤਾ ਇਸ ਚੀਜ਼ ਦਾ ਹਾਂਜੀ ਅੱਗੇ ਹਾਂਜੀ 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 ਸੋ ਇਹ ਉਹਦੇ ਅਰਥ ਨੇ ਠੀਕ ਹੈ ਜੀ। ਜਿਹੜੇ ਹਾਂਜੀ ਬਾਬਾ ਜੀ ਕੋਈ ਅੰਤ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਕੋਈ ਸੰਦੇਸ਼ ਦੇਣਾ ਚਾਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ। ਮੈਂ ਇਹੀ ਸੰਦੇਸ਼ ਦੇਣਾ ਨਾ ਅੱਜ ਅਰਦਾਸ ਕਨਸੈਪਟ ਵਿਸ਼ਾ ਹੀ ਆਪਣਾ ਸੋ ਮੈਂ ਸਾਰੇ ਨੂੰ ਸੰਦੇਸ਼ ਸਾਰੀ ਸੰਗਤ ਨੂੰ ਯੂਨੀਵਰਸਲ ਸਾਰੇ ਵਿਸ਼ਵ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਅਰਦਾਸ ਦੇ ਰੂਪ ਦੇ ਵਿੱਚ ਕਿ ਅਰਦਾਸ ਜਿਹੜੀ ਹੈ ਇਹਦੀ ਬਹੁਤ ਮਹੱਤਤਾ ਹੈ ਬਹੁਤ ਵਿਸ਼ੇਸ਼ਤਾ ਹੈ ਜਦੋਂ ਵੀ ਕੋਈ ਔਖਾ ਸਮਾਂ ਆਉਂਦਾ ਤੇ ਤੁਸੀਂ ਅਰਦਾਸ ਕਰੋ ਕਿਉਂਕਿ ਪਰਮਾਤਮਾ ਤੁਹਾਡੇ ਅੰਦਰ ਬੈਠਾ ਹੈ। ਹਾਂਜੀ ਜਦੋਂ ਤੁਸੀਂ ਅਰਦਾਸ ਕਰਕੇ ਇੱਕ ਥਾਟ ਲੈ ਕੇ ਆਪਣੇ ਅੰਦਰ ਜਾਓਗੇ ਅਰਦਾਸ ਕਰੋਗੇ ਤੇ ਪਰਮਾਤਮਾ ਅੰਦਰ ਬੈਠਾ ਉਹ ਥਾਟ ਤੇ ਤੁਹਾਨੂੰ ਆਈਡੀ ਦੇ ਦੇਗਾ ਪਰਮਾਤਮਾ ਜੀ। ਗੁਰਬਾਣੀ ਤੇ ਇਹ ਵੀ ਕਹਿੰਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਦੋਂ ਦਾਸ ਬਣ ਕੇ ਆਪਾਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਉਹ ਬਿਰਥੀ ਨਹੀਂ ਜਾਂਦੀ ਸੋ ਅੰਦਰ ਥਾਟ ਲੈ ਕੇ ਜਾਵਾਂਗੇ ਪਰਮਾਤਮਾ ਅੰਦਰ ਬੈਠਾ ਹੈ ਤੇ ਉਹ ਤੁਹਾਨੂੰ ਉਹੋ ਜਿਹੇ ਆਈਡੀਏ ਵਿਚਾਰ ਦੇਊਗਾ ਤੁਹਾਨੂੰ ਰਾਹ ਰਸਤਾ ਦੇਊਗਾ। ਸੋ ਅਰਦਾਸ ਜਿਹੜੀ ਹੈ ਕੋਈ ਵੀ ਟਾਈਮ ਤੇ ਸਵੇਰੇ ਸ਼ਾਮ ਵੀ ਮੁਸੀਬਤ ਦੇ ਸਮੇਂ ਸਾਨੂੰ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇਹੀ ਗੁਰੂ ਸਾਹਿਬ ਨੇ ਕੀਤਾ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਾਰ-ਵਾਰ ਅਰਦਾਸ ਦੀ ਗੱਲ ਕੀਤੀ ਜੀ। ਸੋ ਸਰੋਤਿਓ ਇਹ ਸਨ ਗਿਆਨੀ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਸਾਨੂੰ ਅਰਦਾਸ ਸ਼ਬਦ ਦੇ ਜੋ ਅਰਥ ਨੇ ਉਹ ਸਮਝਾਏ ਨੇ। ਆਸ ਕਰਦਾ ਕਿ ਆਪ ਸਭ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅੱਗੇ ਤੋਂ ਕਿਸੇ ਹੋਰ ਵਿਸ਼ੇ ਇਹਨੂੰ ਲੈ ਕੇ ਆਪ ਜੀ ਦੇ ਸਨਮੁਖ ਹੋਵਾਂਗਾ। ਮੈਂ ਜਸਵੀਰ ਸਿੰਘ ਕੈਮਰਾਮੈਨ ਦਰਸ਼ਪ੍ਰੀਤ ਦੇ ਨਾਲ ਚੈਨਲ ਐਕਸਪਲੋਰ ਦਾ ਨੌਜਵਾਨ ਲਈ ਆਪ ਸਭ ਤੋਂ ਆਗਿਆ ਲੈਣਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।